ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਨਾਲ ਗੁਰਬਾਣੀ ਵਿੱਚ ਆਏ ਬੜੇ ਵਡਮੁੱਲੇ ਅਮੋਲਕ ਸ਼ਬਦ ਜਿਵੇਂ ਰਹਿਰਾਸ, ਰਸੂਲ, ਰਸ, ਰਹਾਉ, ਜਿਵੇਂ ਰहोए ਕੇ ਸ਼ੰਤ ਕੈ ਘਰ, ਇਹ ਬਾਣੀ ਵਿੱਚ ਸਾਨੂੰ ਪੜ੍ਹਨ ਨੂੰ ਸੁਣਨ ਨੂੰ ਮਿਲਦਾ ਹੈ। ਰਕਤ ਬੀਜ, ਰਵਿਦਾਸ, ਰਤਨ, ਰਾਸ ਮੰਡਲ, ਰਾਗ, ਐਸੇ ਪਾਵਨ ਸ਼ਬਦ, ਇਹਨਾਂ ਦੀ ਸਾਂਝ ਅੱਜ ਅਸੀਂ ਆਪ ਜੀ ਨਾਲ ਪਾਵਾਂਗੇ। ਰਹਿਰਾਸ ਸ਼ਬਦ ਜੋਗੀਆਂ ਦੀ ਸੰਧਿਆ ਸਮੇਂ ਕੀਤੀ ਵਿਸ਼ੇਸ਼ ਪੂਜਾ ਉਪਾਸਨਾ ਰਹਿਰਾਸ ਹੈ, ਜੋ ਕਿ ਸ਼ਿਵਾਂ ਨੂੰ ਸਨਮੁਖ ਰੱਖ ਕੇ ਕੀਤੀ ਜਾਂਦੀ ਹੈ। ਇਸ ਬਾਰੇ ਗੋਰਖਨਾਥ ਦੀ ਗੋਰਖ ਰਹੁ ਰਾਸ ਨਾਂ ਦੀ ਛੋਟੀ ਜਿਹੀ ਰਚਨਾ ਵੀ ਮਿਲਦੀ ਹੈ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਪ੍ਰਤੀ ਆਪਣੀ ਰਹਿਰਾਸ ਦੱਸਦਿਆਂ ਇਹੋ ਆਖਿਆ, ਸਾਡੀ ਸ਼ਰਧਾ ਬੰਦਨਾ ਉਸ ਪਰਮੇਸ਼ਰ ਨੂੰ ਹੈ, ਇਹੋ ਸਾਡੀ ਰਹਿਰਾਸ ਹੈ। ਪਾਤਸ਼ਾਹ ਜੀ ਦਾ ਰਾਮਕਲੀ ਸਿੱਧ ਗੋਸ਼ਟ ਵਿੱਚ ਪਾਵਨ ਸ਼ਬਦ ਸਾਨੂੰ ਮਿਲਦਾ ਹੈ। ਪਾਤਸ਼ਾਹ ਜੀ ਫਰਮਾਉਂਦੇ ਹਨ, ਤਿਸ ਆਗੈ ਰਹਿਰਾਸ ਹਮਾਰੀ, ਸਾਚਾ ਅਪਰ ਅਪਾਰੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਹਰੀ ਕੀਰਤਨ ਨੂੰ ਰਹਿਰਾਸ ਆਖਿਆ ਹੈ। ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ। ਸੋ ਸਿੱਖਾਂ ਵਿੱਚ ਸ਼ਾਮ ਨੂੰ ਪੜ੍ਹੀ ਜਾਣ ਵਾਲੀ ਬਾਣੀ ਵੀ ਰਹਿਰਾਸ ਕਹਾਉਂਦੀ ਹੈ। ਭਾਵੇਂ ਆਦਿ ਗ੍ਰੰਥ ਵਿੱਚ ਇਸ ਦਾ ਇਹ ਸਿਰਲੇਖ ਨਹੀਂ। ਕਈ ਲੇਖਕਾਂ ਫਾਰਸੀ ਦੇ ਰਾਹਿਰਾਸਤ ਸ਼ਬਦ ਤੋਂ ਇਸ ਦੀ ਬਣਤਰ ਮੰਨੀ ਹੈ, ਪਰ ਇਹ ਠੀਕ ਨਹੀਂ, ਕਿਉਂਕਿ ਇਸ ਦਾ ਪ੍ਰਯੋਗ ਪ੍ਰਾਚੀਨ ਸਿੱਧ ਸਾਹਿਤ ਵਿੱਚ ਕਾਫੀ ਮਿਲਦਾ ਹੈ। ਇਸੇ ਤਰ੍ਹਾਂ ਸੰਗਤ ਜੀ, ਅਸੀਂ ਰਹਾਉ ਸ਼ਬਦ ਪੜ੍ਹਦੇ ਅਤੇ ਸੁਣਦੇ ਹਾਂ। ਰਹਾਉ ਦਾ ਭਾਵ ਟੇਕ ਜਾਂ ਧਾਰਨਾ ਹੈ। ਹਰ ਸ਼ਬਦ ਵਿੱਚ ਜੋ ਸਥਾਈ ਦੀ ਤੁਕ ਹੁੰਦੀ ਆ, ਉਸ ਨਾਲ ਰਹਾਉ ਲਿਖਿਆ ਮਿਲਦਾ ਹੈ। ਪ੍ਰਯੋਜਨ ਇਹੋ ਜਾਪਦਾ ਹੈ ਕਿ ਸ਼ਬਦ ਦੇ ਗਾਇਨ ਸਮੇਂ ਇਸ ਤੁਕ ਨੂੰ ਧਾਰਨਾ ਬਣਾਉਣਾ ਹੈ। ਇਸੇ ਕਰਕੇ ਸੰਪਰਦਾਈ ਗਿਆਨੀ ਇਸ ਵਿਚਾਰਦੇ ਹਨ ਕਿ ਰਹਾਉ ਦੀ ਤੁਕ ਵਿੱਚ ਕੇਂਦਰੀ ਭਾਵ ਹੁੰਦਾ ਹੈ ਤੇ ਇਸੇ ਦੁਆਲੇ ਸਾਰੇ ਖਿਆਲ ਦੀ ਉਸਾਰੀ ਕੀਤੀ ਗਈ ਹੁੰਦੀ ਹੈ। ਕੁਝ ਕੁ ਸ਼ਬਦਾਂ ਵਿੱਚ ਅੰਤ ਤੇ ਰਹਾਉ ਦੂਜਾ ਵੀ ਲਿਖਿਆ ਮਿਲਦਾ ਹੈ। ਇਸ ਦਾ ਮੰਤਵ ਇਤਨਾ ਹੀ ਹੈ ਕਿ ਜਿਨ੍ਹਾਂ ਸ਼ਬਦਾਂ ਵਿੱਚ ਖਿਆਲ ਦੀ ਉਸਾਰੀ ਸਿਰੇ ਤੱਕ ਪੁੱਜ ਗਈ ਤੇ ਫਿਰ ਧਾਰਨਾ ਬਦਲਣ ਦੀ ਲੋੜ ਪੈਂਦੀ ਹੈ। ਇਸ ਲਈ ਕਿਤੇ ਕਿਤੇ ਇਸ ਦਾ ਵੀ ਸੰਕੇਤ ਕੀਤਾ ਗਿਆ ਹੈ, ਜਿਵੇਂ ਕਿ 175 ਅੰਗ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੌੜੀ ਗੁਆਰਰੀ ਵਿੱਚ ਫਰਮਾਉਂਦੇ ਹਨ, ਕਿਨ ਬਿਦ ਕੁਸਲ ਹੋਤ ਮੇਰੇ ਭਾਈ, ਕਿਉਂ ਪਾਈਐ ਹਰ ਰਾਮ ਸਹਾਈ। ਇਸ ਸ਼ਬਦ ਦੇ ਅੰਤ ਤੇ ਰਹਾਉ ਦੂਜਾ ਦੀ ਤੁਕ ਇਉਂ ਆਉਂਦੀ ਹੈ, ਇਨ ਬਿਦ ਕੁਸਲ ਹੋਤ ਮੇਰੇ ਭਾਈ, ਇਉਂ ਪਾਈਐ ਹਰ ਰਾਮ ਸਹਾਈ। ਇਸੇ ਤਰ੍ਹਾਂ ਸੰਗਤ ਜੀ, ਅਸੀਂ ਸ਼ਬਦ ਇਹ ਪੜ੍ਹਦੇ ਹਾਂ, ਰहोए ਕੇ ਸ਼ੰਤ ਕੈ ਘਰ। ਇਸ ਦਾ ਕੀ ਮਤਲਬ ਹੈ? ਰहोआ ਇੱਕ ਕਿਸਮ ਦਾ ਪੇਂਡੂ ਪੰਜਾਬੀ ਗੀਤ ਹੈ ਜੋ ਲੰਮੀ ਹੇਕ ਨਾਲ ਗਾਇਆ ਜਾਂਦਾ ਹੈ। ਜਨਾਨੀਆਂ ਵਿਆਹ ਸਮੇਂ ਜਾਂ ਫਿਰ ਦੇਵ ਮੰਦਰਾਂ ਵਿੱਚ ਇਸ ਗੀਤ ਦਾ ਗਾਇਨ ਕਰਦੀਆਂ ਹਨ। ਗੌੜੀ ਰਾਗ ਵਿੱਚ ਗੁਰੂ ਅਰਜਨ ਕਿਰਤ ਇੱਕ ਸ਼ਬਦ ਹੈ
ਹੈ ਕੋਈ RAM ਪਿਆਰੋ ਗਾਵੇ ਨੂੰ ਇਸੇ ਤਰਜ ਤੇ ਗਾਉਣ ਦੀ ਹਦਾਇਤ ਕੀਤੀ ਗਈ। ਦੇਖੋ ਗੁਰੂ ਗ੍ਰੰਥ ਸਾਹਿਬ ਪਾਵਨ ਅੰਗ 203। ਇਸੇ ਤਰ੍ਹਾਂ ਸੰਗਤ ਜੀ ਰਕਤ ਬੀਜ ਸ਼ਬਦ ਵੀ ਆਉਂਦਾ ਹੈ। ਇਸ ਦਾ ਕੀ ਅਰਥ ਹੈ, ਆਓ ਆਪਾਂ ਜਾਣੀਏ। ਇੱਕ ਰਾਖਸ਼ ਦਾ ਨਾਮ ਜੋ ਕਿ ਰਾਜੇ ਸੁੰਭ ਦਾ ਸੈਨਾਪਤੀ ਸੀ। ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਇਸ ਦੇ ਜਿਤਨੇ ਖੂਨ ਦੇ ਕਤਰੇ ਡਿੱਗਦੇ, ਉਹਨਾਂ ਤੋਂ ਉਤਨੇ ਹੀ ਹੋਰ ਦੈਂਤ ਪੈਦਾ ਹੋ ਜਾਂਦੇ। ਮਾਰਕੰਡੇ ਪੁਰਾਣ ਅਨੁਸਾਰ ਇਸ ਨੂੰ ਕਾਲੀ ਅਤੇ ਦੁਰਗਾ ਨੇ ਮਿਲ ਕੇ ਮਾਰਿਆ। ਕਾਲੀ ਨੇ ਇਸ ਤੇਜ਼ੀ ਨਾਲ ਲਹੂ ਦੇ ਤੁਪਕੇ ਚੱਟੇ ਕਿ ਕੋਈ ਦੈਂਤ ਵਜੂਦ ਵਿੱਚ ਹੀ ਨਾ ਆਇਆ। ਦੁਰਗਾ ਨੇ ਇਸ ਦਾ ਸਿਰ ਕੱਟ ਦਿੱਤਾ। ਸਤਿਗੁਰਾਂ ਦੇ ਕਥਨ ਅਨੁਸਾਰ ਅਜਿਹੇ ਰਾਖਸ਼ਾਂ ਨੂੰ ਨਾਸ਼ ਕਰਨ ਵਾਲਾ ਸਰਬ ਸ਼ਕਤੀਮਾਨ ਪ੍ਰਭੂ ਵਾਹਿਗੁਰੂ ਆਪ ਹੀ ਹੈ। ਪਾਤਸ਼ਾਹ ਜੀ ਫਰਮਾਉਂਦੇ ਹਨ, ਰਕਤ ਬੀਜ ਕਾਲ ਨੇਮ ਬਿਦਾਰੇ। ਇਸੇ ਤਰ੍ਹਾਂ ਸਾਧ ਸੰਗਤ ਜੀ ਸਾਨੂੰ ਬਾਣੀ ਵਿੱਚ ਸ਼ਬਦ ਪੜ੍ਹਨ ਸੁਣਨ ਨੂੰ ਮਿਲਦੇ ਹਨ। ਰਾਸ ਮੰਡਲ। ਰਾਸ ਮੰਡਲ ਕੀ ਹੈ? ਸ੍ਰੀ ਕ੍ਰਿਸ਼ਨ ਜੀ ਦੀ ਗੋਪੀਆਂ ਨਾਲ ਕੀਤੀ ਖੇਲ ਕ੍ਰੀੜਾ ਦਾ ਨਾਟਕ ਰਾਸ ਲੀਲਾ, ਤੇ ਇਸ ਲੀਲਾ ਭੂਮੀ ਨੂੰ ਰਾਸ ਮੰਡਲ ਕਹਿ ਕੇ ਯਾਦ ਕੀਤਾ ਜਾਂਦਾ ਹੈ। ਵੈਸ਼ਨਵ ਭਗਤਾਂ ਵਿੱਚ ਰਾਸ ਲੀਲਾ ਦਾ ਇਸ ਲਈ ਬੜਾ ਮਹੱਤਵ ਰਿਹਾ ਹੈ ਕਿਉਂਕਿ ਉਹ ਲੋਕ ਨਿਸ਼ਚਾ ਕਰਦੇ ਸਨ ਕਿ ਕ੍ਰਿਸ਼ਨ ਸਾਡਾ ਨਾਇਕ ਪ੍ਰੀਤਮ ਹੈ ਤੇ ਅਸੀਂ ਸਾਰੇ ਭਗਤ ਉਸ ਦੀਆਂ ਗੋਪੀਆਂ। ਜੇ ਉਹ ਸਾਡੇ ਨਾਲ ਖੇਲ ਕ੍ਰੀੜਾ ਰਚਾਉਂਦਾ ਹੈ ਤਾਂ ਇਸ ਤੋਂ ਉਸ ਦੀ ਖੁਸ਼ੀ ਪ੍ਰਗਟ ਹੁੰਦੀ ਹੈ। ਇਸੇ ਕਰਕੇ ਵੈਸ਼ਨਵ ਸੰਪਰਦਾਵਾਂ ਵਿੱਚ ਰਾਸ ਲੀਲਾ ਕਰਨਾ ਇੱਕ ਉੱਘਾ ਧਰਮ ਕਰਮ ਬਣ ਗਿਆ। ਰਾਧਾ ਵੱਲਭੀ ਸੰਪਰਦਾਇ ਵਾਲੇ ਕੁੰਜ ਕ੍ਰੀੜਾ ਤੇ ਬਿੰਦਰਾਬਨ ਰਸ ਨੂੰ ਬਹੁਤ ਮਹੱਤਵ ਦਿੰਦੇ ਆ। ਪਰੰਤੂ ਕੁਝ ਅਰਸੇ ਬਾਅਦ ਇਸ ਪਰਦੇ ਹੇਠ ਬੜੇ ਕੁਕਰਮ ਹੋਣ ਲੱਗ ਪਏ, ਜਿਸ ਨੇ ਸਾਰੇ ਵੈਸ਼ਨਵ ਧਰਮ ਨੂੰ ਹੀ ਬਦਨਾਮ ਕਰਕੇ ਰੱਖ ਦਿੱਤਾ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਕੇਤੀਆ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ, ਕੇਤੇ ਨਚਹਿ ਮੰਗਤੇ ਗੇੜ ਮੁੜ ਪੂਰਹਿ ਤਾਲ, ਬਾਜਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ, ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਤਾਲ। ਇਸ ਦੀ ਥਾਂ ਗੁਰੂ ਸਾਹਿਬ ਨੇ ਕੁਦਰਤ ਵਿੱਚ ਵਰਤ ਰਹੀ ਰਾਸ ਲੀਲਾ ਵੱਲ ਸਾਡਾ ਧਿਆਨ ਦਿਵਾਉਂਦਿਆਂ ਕਿਹਾ, ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈ ਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ, ਵਰਤਣ ਸਰਬ ਜੰਜਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਜਗਤ ਨੂੰ ਰਾਸ ਮੰਡਲ ਕਹਿ ਕੇ ਇਉਂ ਵਰਣਨ ਕੀਤਾ। ਪਾਤਸ਼ਾਹ ਜੀ ਸੂਹੀ ਰਾਗ ਵਿੱਚ ਫਰਮਾਉਂਦੇ ਹਨ, ਰਾਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਰੱਖਿਓ ਪਾਸਾਰਾ। ਇਸੇ ਤਰ੍ਹਾਂ ਗੁਰੂ ਪਿਆਰੀ ਸੰਗਤ ਜੀ ਰਾਗ ਸ਼ਬਦ ਅਸੀਂ ਪੜ੍ਹਦੇ ਹਾਂ। ਰਾਗ ਜੋ ਹੈ ਇਹ ਸੁਰ ਤਾਲ ਅਤੇ ਲੈਅ ਵਿੱਚ ਉਚਾਰੀ ਧੁਨ ਰਾਗ ਹੈ। ਸੰਗੀਤ ਵਿਦਿਆ ਵਾਲੇ 7 ਸੁਰਾਂ ਸਾ ਰੇ ਗਾ ਮ ਪਾ ਧਾ ਨੀ ਇਹ ਮੰਨਦੇ ਹਨ। ਹਰ ਰਾਗ ਇਹਨਾਂ ਸੁਰਾਂ ਦੇ ਵਧਾ ਘਟਾ ਨਾਲ ਹੀ ਆਪਣਾ ਸਰੂਪ ਬਣਾਉਂਦਾ ਹੈ। ਜਿਸ ਰਾਗ ਨੂੰ 5 ਸੁਰਾਂ ਲੱਗਣ ਉਹ ਔੜਵ, ਜਿਸ ਨੂੰ 6 ਲੱਗਣ ਖਾੜਵ ਤੇ ਜਿਸ ਨੂੰ 7 ਲੱਗਣ ਉਹ ਸੰਪੂਰਨ ਕਿਹਾ ਜਾਂਦਾ ਹੈ। ਦੇਸ਼ ਭੇਦ ਕਰਕੇ ਰਾਗਾਂ ਦੇ ਕਈ ਭੇਦ ਹਨ, ਪਰ ਪ੍ਰਧਾਨ ਰਾਗ 6 ਹਨ। ਉਹ ਇਹ ਹਨ, ਸ੍ਰੀ, ਭੈਰੋ, ਦੀਪਕ, ਮਾਲ ਕੌਂਸ, ਹਿੰਡੋਲ ਤੇ ਮੇਘ। ਭਗਤੀ ਲਹਿਰ ਸਮੇਂ ਤਮਾਮ ਨਿਰਗੁਣਵਾਦੀ ਤੇ ਸਰਗੁਣਵਾਦੀ ਭਗਤ ਪ੍ਰਭੂ ਕੀਰਤਨ ਦਾ ਗਾਇਨ ਕਰਕੇ ਹੀ ਪੂਜਾ ਉਪਾਸਨਾ ਕਰਦੇ ਹਨ। ਇਸ ਲਈ ਉਹਨਾਂ ਰਾਗਾਂ ਵਿੱਚ ਹੀ ਭਜਨ ਤੇ ਗੀਤ ਲਿਖੇ। ਗੁਰੂਆਂ ਨੇ ਵੀ ਇਸੇ ਵਿਧੀ ਨੂੰ ਅਪਣਾਇਆ। ਆਦਿ ਗ੍ਰੰਥ ਵਿੱਚ
ਸੰਕਲਿਤ ਬਾਣੀ ਹੇਠ ਲਿਖੇ 31 ਰਾਗਾਂ ਵਿੱਚ ਦਰਜ ਹੈ। ਸੋ ਉਹ ਰਾਗ ਹਨ ਸ੍ਰੀ ਰਾਗ, ਮਾਝ, ਗੌੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਨਾਰਾਇਣ, ਮਾਲੀ, ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰੋ, ਬਸੰਤ, ਸਾਰੰਗ, ਮਲਹਾਰ, ਕਾਨੜਾ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ। ਗੁਰੂਆਂ ਰਾਗਾਂ ਦਾ ਮਹੱਤਵ ਇਸੇ ਗੱਲ ਵਿੱਚ ਬਿਆਨ ਕੀਤਾ ਹੈ ਕਿ ਇਹਨਾਂ ਦੁਆਰਾ ਪ੍ਰਭੂ ਜਸ ਗਾਇਆ ਜਾਵੇ। ਉਹਨਾਂ ਸਪਸ਼ਟ ਲਿਖਿਆ ਹੈ, ਧੰਨ ਸੋ ਰਾਗ ਸੁਰੰਗੜੀ, ਆਲਾਪਤ ਸਭ ਤਿਖ ਜਾਏ। ਗੁਣ ਗੋਬਿੰਦ ਗਾਵੋ ਸਭ ਹਰਜਨ, ਰਾਗ ਰਤਨ ਰਸਨਾ ਆਲਾਪ। ਇਸੇ ਤਰ੍ਹਾਂ ਗੁਰੂ ਪਿਆਰੀ ਸੰਗਤ ਜੀ, ਅਸੀਂ ਰਾਮਚੰਦਰ ਸ਼ਬਦ ਪੜ੍ਹਦੇ ਹਾਂ। ਇਹ ਬਾਣੀ ਵਿੱਚ ਰਾਮਚੰਦਰ ਸ਼ਬਦ ਸ੍ਰੀ ਰਾਮਚੰਦਰ ਤ੍ਰੇਤਾ ਯੁੱਗ ਵਿੱਚ ਰਘੂ ਖਾਨਦਾਨ ਵਿੱਚੋਂ ਅਯੁੱਧਿਆ ਦੇ ਰਾਜਾ ਦਸ਼ਰਥ ਦੀ ਮਾਤਾ ਕੌਸਲਿਆ ਦੇ ਜੇਠੇ ਸੁਪੁੱਤਰ ਸਨ, ਜਿਨ੍ਹਾਂ ਉੱਚ ਆਚਾਰ ਤੇ ਉੱਚ ਆਦਰਸ਼ਾਂ ਕਾਰਨ ਲੋਕ ਪ੍ਰਿਯਤਾ ਪ੍ਰਾਪਤ ਕੀਤੀ। ਹਿੰਦੂ ਸ਼ਰਧਾਲੂ ਇਹਨਾਂ ਨੂੰ ਵਿਸ਼ਨੂੰ ਦਾ 7ਵਾਂ ਅਵਤਾਰ ਮੰਨਦੇ ਤੇ ਮਰਿਆਦਾ ਪੁਰਸ਼ੋਤਮ ਕਹਿ ਕੇ ਸਤਿਕਾਰਦੇ ਸਨ। ਆਪ ਨੇ ਰਿਸ਼ੀ ਵਸ਼ਿਸ਼ਟ ਤੋਂ ਵਿਦਿਆ ਪ੍ਰਾਪਤ ਕੀਤੀ, ਵਾਸਦੇਵ ਤੋਂ ਵੇਦਾਂਗ ਪੜ੍ਹੇ ਤੇ ਵਿਸ਼ਵਾਮਿੱਤਰ ਤੋਂ ਸ਼ਸਤਰ ਵਿਦਿਆ ਸਿੱਖ ਕੇ ਵੱਡੇ ਯੋਧੇ ਤੇ ਨੀਤੀ ਨਿਪੁੰਨ ਬਣੇ। ਯੁਵਾ ਅਵਸਥਾ ਵਿੱਚ ਸ਼ਿਵਜੀ ਦਾ ਧਨੁਖ ਤੋੜ ਕੇ ਮਿਥਿਲਾ ਦੇ ਰਾਜਾ ਜਨਕ ਦੀ ਪੁੱਤਰੀ ਸੀਤਾ ਨੂੰ ਵਰ ਕੇ ਲਿਆਂਦਾ। ਜਦ ਰਾਜ ਤਿਲਕ ਦਾ ਸਮਾਂ ਆਇਆ ਤਾਂ ਮਤਰੇਈ ਮਾਂ ਕੈਕਈ ਦੇ ਪਿਤਾ ਦਸ਼ਰਥ ਨਾਲ ਕੀਤੇ ਬਚਨ ਨੂੰ ਪੂਰਾ ਕਰਨ ਲਈ 14 ਸਾਲ ਦਾ ਬਨਵਾਸ ਸਵੀਕਾਰ ਕੀਤਾ। ਬਨਵਾਸ ਸਮੇਂ ਰਾਵਣ ਦੀ ਭੈਣ ਸਰੂਪਨਖਾ ਨਾਲ ਲਛਮਣ ਦਾ ਝਗੜਾ ਹੋ ਜਾਣ ਤੇ ਰਾਵਣ ਕ੍ਰੋਧਵਾਨ ਹੋ ਕੇ ਸੀਤਾ ਨੂੰ ਉਧਾਲ ਕੇ ਲੈ ਗਿਆ। ਰਾਮ ਵਿਛੋੜੇ ਵਿੱਚ ਬੜੇ ਵਿਆਕੁਲ ਹੋਏ ਤੇ ਵਿਭੀਖਣ ਦੀ ਮਦਦ ਨਾਲ ਰਾਵਣ ਨੂੰ ਮਾਰਿਆ। ਜਿਤ ਉਪਰੰਤ ਲਛਮਣ ਤੇ ਸੀਤਾ ਸਮੇਤ ਵਾਪਸ ਅਯੁੱਧਿਆ ਆਏ ਤੇ 10,000 ਵਰ੍ਹੇ ਤੱਕ ਰਾਜ ਕੀਤਾ। ਸ੍ਰੀ ਰਾਮਚੰਦਰ ਜੀ ਦੀ ਕਥਾ ਵਾਲਮੀਕ ਰਿਸ਼ੀ ਨੇ ਪਹਿਲ ਰਾਮਾਇਣ ਵਿੱਚ ਲਿਖੀ ਤੇ ਇਸੇ ਤੋਂ ਲੈ ਕੇ ਵੈਸ਼ਨਵ ਭਗਤ ਤੁਲਸੀਦਾਸ ਨੇ ਇਸ ਨੂੰ ਹਿੰਦੀ ਵਿੱਚ ਕਲਮਬੱਧ ਕੀਤਾ। ਸ੍ਰੀ ਰਾਮਚੰਦਰ ਜੀ ਦੇ ਬਨਵਾਸ ਦਾ ਜ਼ਿਕਰ ਕਰਦਿਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਫਰਮਾਉਂਦੇ ਹਨ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਭਗਤ ਨਾਮਦੇਵ ਜੀ ਨੇ ਵੀ ਇਸ ਰਾਮ ਕਥਾ ਵੱਲ ਸੰਕੇਤ ਕਰਦਿਆਂ ਫਰਮਾਇਆ ਹੈ। ਭਗਤ ਜੀ ਗੋਂਡ ਰਾਗ ਵਿੱਚ ਫਰਮਾਉਂਦੇ ਹਨ, ਪਾਂਡੇ ਤੁਮਰਾ ਰਾਮਚੰਦ, ਸੋ ਭੀ ਆਵਤ ਦੇਖਿਆ ਥਾ, ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਸੋ ਸਾਧ ਸੰਗਤ ਜੀ, ਇਹ ਸਨ ਕੁਝ ਸ਼ਬਦ, ਪਾਵਨ ਸ਼ਬਦ ਜੋ ਬਾਣੀ ਦੇ ਆਪ ਜੀ ਨਾਲ ਸਾਂਝੇ ਕੀਤੇ ਹਨ। ਤੁਸ਼ ਬੁੱਧੀ ਹੈ, ਆਪ ਜੀ ਜਿਵੇਂ ਵੀ ਅਣਜਾਣ ਬੱਚਾ ਜਾਣ ਕੇ ਭੁੱਲਾਂ ਨਾ ਚਿਤਾਰਨੀਆਂ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।